प्यारे बच्चों, अज असी जमात 10वीं का पहला पाठ भारत एक जान पहचान दे छोटे प्रश्न ਅਤੇ बहुविकल्पी प्रश्न बारे जानकारी हासिल करांगे। पहला प्रश्न, भारत का आधुनिक नाम इंडिया किस धारणा ते आधारित है। बच्चों, जिवें तुसीं जानते हो, पहला इस नूं हिमाचल सेतु पर्यटन भी कहा गया। फिर आर्या जाति के लोगों ने आके आर्याव्रत नाम दे दिता। फिर ऋग्वेद काल समय भरत नाम दे राजे के नाम नाल भी भारत का नाम जानिया जाता है। अखीर विच इंडिया शब्द वैदिक काल समय आर्यन लोगों द्वारा उत्तर पश्चिम विच वगदे एक दरिया जिसका नाम सिंधु सी उस तो रखिया। हिंदू शब्द नूं यूनानी लोगों ने इंडोस विच बदल दिता ते रोमन ने इस शब्द नूं सुधार के इंडस का नाम दे दिता। इस प्रकार भारत का नाम इंडिया प्रचलित होया। फिर बच्चों, भारत का आधुनिक नाम इंडिया सिंधु दरिया के नाम ते आधारित है। असी इस गल नूं याद रखना है। दूसरा प्रश्न, धरती उत्ते भारत की की स्थिति है। बच्चों, इस संसार के नक्शे विच देखो, लाल रंग वाला छोटा जिहा दिखदा देश साडा भारत देश है। एशिया महाद्वीप के दखन दे विच हिंद महासागर के उपर धरती के कुल खेत्रफल का 2.2% भाग इसने घेरिया होया है। तस्वीर विच छोटा या दिखने वाला देश विशाल देश है। दुनिया का यह 7वां वड्डा देश है। तुसी बच्चों याद रखना है, भारत धरती के कुल खेत्रफल के 2.2% भाग उत्ते एशिया महाद्वीप के दखन विच स्थित एक विशाल देश है। ठीक है बच्चों। अगला प्रश्न है, हिंद महासागर विच भारत की स्थिति है। बच्चों, असी पिछले प्रश्न विच देखा सी, भारत के दखन दे विच हिंद महासागर स्थित है। हिंद महासागर भाव समुद्री मार्ग राही भारत तो पूर्वी देशों नाल अते पश्चिमी देशों नाल आसानी नाल व्यापार किया जा सकता है। हुण बच्चों, स्वेज नहर जो लाल सागर अते भूमध सागर नूं आपस विच जोड़ती है, उस दे बनन कारण इस समुद्री मार्ग का सफ़र बहुत घट गया है। इस प्रकार बच्चों, पूर्वी अते पश्चिमी देशों नाल व्यापारक पक्षों भारत की हिंद महासागर विच केंद्री स्थिति है। ठीक है बच्चों। अगला प्रश्न, भारत का खेत्रफल कितना है। बच्चों, भारत का कुल खेत्रफल
ਲਗਭਗ 32,87,782 ਵਰਗ ਕਿਲੋਮੀਟਰ ਹੈ। ਇੱਕ ਵਾਰ ਫਿਰ ਬੱਚਿਓ, ਭਾਰਤ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ। ਇਸ ਦੇ ਨਾਲ ਹੀ ਭਾਰਤ ਦੇ ਉੱਤਰ ਦੱਖਣ ਅਤੇ ਪੂਰਬ ਪੱਛਮ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ? ਬੱਚਿਓ, ਉੱਤਰ ਅਤੇ ਦੱਖਣ, ਪੂਰਬ ਅਤੇ ਪੱਛਮ। ਪਹਿਲੇ ਬੱਚਿਓ ਉੱਤਰ ਦੱਖਣ ਦੀ ਗੱਲ ਕਰਦੇ ਹਾਂ। ਉੱਤਰ ਭਾਵ ਜੰਮੂ ਕਸ਼ਮੀਰ ਦੇ ਸਿਰੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਦੀ ਉੱਤਰ ਤੋਂ ਦੱਖਣ ਵਿੱਚ 3214 ਕਿਲੋਮੀਟਰ ਲੰਬਾਈ ਹੈ। ਇਸ ਦੇ ਨਾਲ ਪੂਰਬ ਵਿੱਚ ਅਰੁਣਾਚਲ ਪ੍ਰਦੇਸ਼ ਤੋਂ ਪੱਛਮ ਵਿੱਚ ਰਨ ਆਫ ਕੱਛ ਤੱਕ 2933 ਕਿਲੋਮੀਟਰ ਚੌੜਾਈ ਹੈ। ਇਸ ਤਰ੍ਹਾਂ ਭਾਰਤ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ, ਜੋ ਦੁਨੀਆ ਦਾ 7ਵਾਂ ਵੱਡਾ ਦੇਸ਼ ਹੈ। ਬੱਚੋ, ਜੇਕਰ ਅਸੀਂ ਇਸ ਦਾ ਮੁਕਾਬਲਾ ਇੰਗਲੈਂਡ ਨਾਲ ਕਰੀਏ ਤੇ ਇਹ ਇੰਗਲੈਂਡ ਤੋਂ 12 ਗੁਣਾ ਵੱਡਾ ਹੈ, ਅਤੇ ਜੇਕਰ ਜਾਪਾਨ ਨਾਲ ਇਸ ਦੀ ਤੁਲਨਾ ਕਰਦੇ ਹਾਂ ਤੇ ਜਾਪਾਨ ਤੋਂ ਇਹ ਭਾਰਤ ਦੇਸ਼ 8 ਗੁਣਾ ਵੱਡਾ ਹੈ। ਤੁਸੀਂ ਇਸ ਤੋਂ ਇਸ ਦੀ ਵਿਸ਼ਾਲਤਾ ਦਾ ਅੰਦਾਜ਼ਾ ਲਗਾ ਸਕਦੇ ਹੋ। ਬੱਚਿਓ, ਭਾਰਤ ਦੀਆਂ ਥਲਵਰਤੀ ਤੇ ਤਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ? ਇਹਨਾਂ ਨੂੰ ਧਿਆਨ ਨਾਲ ਦੇਖੋ ਬੱਚੋ। ਥਲਵਰਤੀ ਸੀਮਾ ਜੋ ਜਲ ਭਾਗ ਤੋਂ ਦੂਰ ਵਾਲਾ ਹਿੱਸਾ ਹੈ, ਭਾਵ ਰਾਜਸਥਾਨ ਦਾ ਇਲਾਕਾ, ਪੰਜਾਬ, ਜੰਮੂ ਕਸ਼ਮੀਰ, ਉੱਤਰਾਖੰਡ, ਹਿਮਾਚਲ, ਸਿੱਕਮ, ਅਰੁਣਾਚਲ ਪ੍ਰਦੇਸ਼, ਇਹਦੇ ਨਾਲ ਲੱਗਦੇ ਹੋਏ ਛੋਟੇ ਰਾਜ ਨਾਗਾਲੈਂਡ, ਮਿਜ਼ੋਰਮ, ਮਣੀਪੁਰ, ਤ੍ਰਿਪੁਰਾ, ਨਾਲ ਬੱਚੋ ਬੰਗਲਾਦੇਸ਼ ਸਾਡਾ ਗੁਆਂਢੀ ਮੁਲਕ, ਇਹਦੇ ਨਾਲ ਲੱਗਦੇ ਹੋਏ ਸਾਡੇ ਰਾਜ। ਜੇਕਰ ਇਸ ਥਲਵਰਤੀ ਸੀਮਾ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹ ਸੀਮਾ 15,200 ਕਿਲੋਮੀਟਰ ਲੰਬੀ ਹੈ। ਤੇ ਅਗਰ ਤਟਵਰਤੀ ਸੀਮਾ ਦੀ ਗੱਲ ਕਰਦੇ ਹਾਂ ਜੋ ਸਮੁੰਦਰ ਦੇ ਨਾਲ ਲੱਗਦੀ ਹੈ, ਭਾਵ ਬੰਗਾਲ ਦੀ ਖਾੜੀ, ਅਰਬ ਸਾਗਰ, ਹਿੰਦ ਮਹਾਸਾਗਰ ਦੇ ਨਾਲ ਜੋ ਜ਼ਮੀਨੀ ਭਾਗ ਦੀ ਸਾਡੀ ਤਟਵਰਤੀ ਸੀਮਾ ਹੈ, ਉਸ ਦੀ ਲੰਬਾਈ 7,516.6 ਕਿਲੋਮੀਟਰ ਹੈ। ਸਧਾਰਨ ਸ਼ਬਦਾਂ ਵਿੱਚ 7516.6 ਕਿਲੋਮੀਟਰ। ਵਿਦਿਆਰਥੀਓ, ਭਾਰਤ ਦੀ ਥਲਵਰਤੀ ਸੀਮਾ ਦੀ ਲੰਬਾਈ 15,200 ਕਿਲੋਮੀਟਰ ਅਤੇ ਤਟਵਰਤੀ ਸੀਮਾ ਦੀ ਲੰਬਾਈ 7516.6 ਕਿਲੋਮੀਟਰ ਹੈ। ਹੁਣ ਯਾਦ ਰੱਖੋਗੇ ਵਿਦਿਆਰਥੀਓ। ਅਗਲਾ ਪ੍ਰਸ਼ਨ ਹੈ, ਖੇਤਰ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ? ਜਿਵੇਂ ਅਸੀਂ ਪਹਿਲੇ ਗੱਲ ਕੀਤੀ ਸੀ, ਖੇਤਰ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ 7ਵਾਂ ਸਥਾਨ ਹੈ। ਪਹਿਲੇ ਆਪਾਂ ਇਸ ਤੋਂ ਛੋਟੇ ਦੇਸ਼ ਦੀ ਗੱਲ ਕੀਤੀ ਸੀ ਕਿ ਭਾਰਤ ਇੰਗਲੈਂਡ ਤੋਂ 12 ਗੁਣਾ ਵੱਡਾ ਹੈ ਅਤੇ ਜਾਪਾਨ ਤੋਂ
ਬਿਲਕੁਲ ਠੀਕ ਬੱਚੋ, 8 ਗੁਣਾ ਵੱਡਾ ਹੈ। ਹੁਣ ਅਸੀਂ ਭਾਰਤ ਤੋਂ ਵੱਡੇ ਦੇਸ਼ ਉਹਨਾਂ ਬਾਰੇ ਗੱਲ ਕਰਦੇ ਹਾਂ। ਸਭ ਤੋਂ ਵੱਡਾ ਰਸ਼ੀਆ, ਜਿਸ ਨੂੰ ਰੂਸ ਵੀ ਆਖਦੇ ਹੋ। ਫਿਰ ਬੱਚਿਓ ਕੈਨੇਡਾ, ਫਿਰ ਸੰਯੁਕਤ ਰਾਜ ਅਮਰੀਕਾ, ਚੀਨ, ਬ੍ਰਾਜ਼ੀਲ, ਆਸਟ੍ਰੇਲੀਆ। ਫਿਰ ਬੱਚਿਓ ਸਾਡੇ ਭਾਰਤ ਦਾ ਸਥਾਨ ਆਉਂਦਾ ਹੈ। ਭਾਰਤ ਤੋਂ 7 ਵੱਡੇ ਦੇਸ਼ ਰਸ਼ੀਆ, ਕੈਨੇਡਾ, ਸੰਯੁਕਤ ਰਾਜ ਅਮਰੀਕਾ, ਚਾਈਨਾ ਜਾਂ ਚੀਨ, ਬ੍ਰਾਜ਼ੀਲ, ਆਸਟ੍ਰੇਲੀਆ, ਫਿਰ ਭਾਰਤ। ਭਾਰਤ ਦੁਨੀਆ ਦਾ 7ਵਾਂ ਵੱਡਾ ਦੇਸ਼ ਹੈ। ਯਾਦ ਰੱਖਣਾ ਬੱਚੋ। ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ? ਬੱਚੋ ਇਸ ਨਕਸ਼ੇ ਨੂੰ ਦੇਖੋ। ਭਾਰਤ ਦੀ ਵੰਡ ਸਮੇਂ ਸਾਡਾ ਨਕਸ਼ਾ, ਪੰਜਾਬ ਦਾ ਨਕਸ਼ਾ ਇਸ ਤਰ੍ਹਾਂ ਦਾ ਹੁੰਦਾ ਸੀ। 1947 ਵਿੱਚ ਦੇਸ਼ ਦੀ ਵੰਡ ਹੋਈ। ਪਾਕਿਸਤਾਨ ਇੱਕ ਨਵਾਂ ਦੇਸ਼ ਬਣਿਆ। ਉਸ ਸਮੇਂ ਇਸ ਅੰਤਰਰਾਸ਼ਟਰੀ ਬਾਰਡਰ ਨਾਲ, ਅੰਤਰਰਾਸ਼ਟਰੀ ਸੀਮਾ ਨਾਲ ਪੰਜਾਬ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਪੱਛਮੀ ਪਾਕਿਸਤਾਨ ਜਾਂ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ। ਉਸ ਤੋਂ ਬਾਅਦ ਬੱਚਿਓ ਭਾਸ਼ਾ ਦੇ ਆਧਾਰ ਤੇ 1 ਨਵੰਬਰ 1966 ਨੂੰ ਸਾਡੇ ਅੱਜ ਦੇ ਇਸ ਪੰਜਾਬ ਦਾ ਜਨਮ ਹੋਇਆ, ਜਿਸ ਵਿੱਚ ਅਸੀਂ ਰਹਿੰਦੇ ਹਾਂ। ਭਾਰਤ ਦੇ ਨਕਸ਼ੇ ਵਿੱਚ ਸਾਡਾ ਪੰਜਾਬ ਇਸ ਜਗ੍ਹਾ ਸਥਿਤ ਹੈ। ਤੁਸੀਂ ਯਾਦ ਰੱਖਣਾ ਹੈ, ਭਾਸ਼ਾ ਦੇ ਆਧਾਰ ਤੇ 1 ਨਵੰਬਰ 1966 ਨੂੰ ਅਜੋਕੇ ਪੰਜਾਬ ਰਾਜ ਦਾ ਜਨਮ ਹੋਇਆ। ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ? ਬੱਚਿਓ ਜੇ ਭਾਰਤ ਦੀ ਗੱਲ ਕਰੀਏ, ਇਸ ਸਮੇਂ ਭਾਰਤ ਵਿੱਚ ਕੁੱਲ 28 ਰਾਜ ਅਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਹਨ। ਬੱਚਿਓ 31 ਅਕਤੂਬਰ 2019 ਨੂੰ ਜੰਮੂ ਕਸ਼ਮੀਰ ਨੂੰ ਰਾਜ ਦੇ ਦਰਜੇ ਤੋਂ ਹਟਾ ਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤਾ ਗਿਆ। ਇਸ ਰਾਜ ਦੇ 2 ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਗਏ, ਇੱਕ ਜੰਮੂ ਅਤੇ ਕਸ਼ਮੀਰ, ਦੂਸਰਾ ਲੱਦਾਖ। ਇਸ ਖੇਤਰ ਦਾ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਤਬਦੀਲ ਹੋਣ ਤੋਂ ਬਾਅਦ ਭਾਰਤ ਵਿੱਚ ਕੁੱਲ ਰਾਜ 28 ਰਹਿ ਗਏ। ਇਸ ਦੇ ਨਾਲ ਹੀ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ 8 ਹੋ ਗਏ। 26 ਜਨਵਰੀ 1920 ਨੂੰ ਦਮਨ ਦਿਊ ਅਤੇ ਦਾਦਰਾ ਨਗਰ ਹਵੇਲੀ ਨੂੰ ਇਕੱਠਾ ਕਰਕੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ। ਤੁਸੀਂ ਵਿਦਿਆਰਥੀਓ ਭਾਰਤ ਦੇ ਨਕਸ਼ੇ ਵਿੱਚ ਇੱਕ ਵਾਰ ਸਭ ਰਾਜਾਂ ਦੀ ਪਹਿਚਾਣ ਜ਼ਰੂਰ ਕਰ ਲੈਣਾ। ਰਾਜਾਂ ਦੀ ਪਹਿਚਾਣ ਤੁਹਾਨੂੰ ਭਾਰਤ ਦੀ ਖੇਤੀਬਾੜੀ, ਭਾਰਤ ਦੇ ਉਦਯੋਗ, ਭਾਰਤ ਦੇ ਖਣਿਜ ਪਦਾਰਥ ਆਦਿ
ਨਕਸ਼ੇ ਵਿੱਚ ਭਰਦੇ ਵੇਲੇ ਕੰਮ ਆਉਣਗੇ। ਇਸ ਕਾਰਨ ਤੁਸੀਂ ਸਭ ਨੇ ਭਾਰਤ ਵਿੱਚ ਸਥਿਤ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪਹਿਚਾਣ ਨਕਸ਼ੇ ਉੱਪਰ ਚੰਗੇ ਢੰਗ ਨਾਲ ਕਰ ਲੈਣੀ ਹੈ। ਬੱਚਿਓ, ਭਾਰਤ ਵਿੱਚ ਖੇਤਰਫਲ ਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਅਤੇ ਛੋਟੇ ਰਾਜ ਦੇ ਨਾਮ ਲਿਖੋ। ਬੱਚਿਓ, ਨਕਸ਼ੇ ਨੂੰ ਧਿਆਨ ਨਾਲ ਦੇਖੋ। ਦੇਖਣ ਦੇ ਵਿੱਚ ਸਭ ਤੋਂ ਵੱਡਾ ਰਾਜ ਤੁਹਾਨੂੰ ਰਾਜਸਥਾਨ ਦਿਖਾਈ ਦੇਵੇਗਾ, ਜੋ ਇਸ ਸਮੇਂ ਖੇਤਰਫਲ ਪੱਖ ਤੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ। ਕੀ ਨਾਮ ਦੱਸਿਆ ਸੀ ਬੱਚਿਓ? ਰਾਜਸਥਾਨ। ਇਸ ਦੇ ਨਾਲ ਹੀ ਸਭ ਤੋਂ ਛੋਟਾ ਰਾਜ ਗੋਆ ਹੈ। ਛੋਟਾ ਜਿਹਾ ਬੱਚੋ ਤੁਹਾਨੂੰ ਨਕਸ਼ੇ 'ਚ ਦਿਖਾਈ ਦੇ ਰਿਹਾ ਹੋਵੇਗਾ। ਮਹਾਰਾਸ਼ਟਰ ਅਤੇ ਕਰਨਾਟਕ ਦੇ ਵਿਚਕਾਰ ਬਿਲਕੁਲ ਛੋਟਾ ਜਿਹਾ ਰਾਜ ਗੋਆ। ਤੁਸੀਂ ਹੁਣ ਯਾਦ ਰੱਖਣਾ ਹੈ, ਸਭ ਤੋਂ ਵੱਡਾ ਰਾਜ ਰਾਜਸਥਾਨ ਹੈ ਅਤੇ ਸਭ ਤੋਂ ਛੋਟਾ ਰਾਜ ਗੋਆ ਹੈ। ਇਸ ਦੇ ਨਾਲ ਹੀ ਜਨਸੰਖਿਆ ਪੱਖੋਂ ਸਭ ਤੋਂ ਵੱਡਾ ਰਾਜ ਜਾਂ ਜਿਸ ਰਾਜ ਵਿੱਚ ਸਭ ਤੋਂ ਵੱਧ ਜਨਸੰਖਿਆ ਹੈ, ਉਹ ਰਾਜ ਉੱਤਰ ਪ੍ਰਦੇਸ਼ ਹੈ। ਨਾਲ ਹੀ ਇਸ ਦੇ ਜਿੱਥੇ ਜਨਸੰਖਿਆ ਸਭ ਤੋਂ ਘੱਟ ਹੈ, ਉਹ ਰਾਜ ਸਾਡਾ ਸਿੱਕਿਮ ਰਾਜ ਹੈ। ਬੱਚੋ, ਧਿਆਨ ਨਾਲ ਦੇਖੋ ਨਕਸ਼ੇ ਵਿੱਚ। ਉੱਤਰ ਪ੍ਰਦੇਸ਼ ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ ਅਤੇ ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ ਸਿੱਕਿਮ ਹੈ। ਇਸ ਦੇ ਨਾਲ ਹੀ ਬੱਚਿਓ, ਆਪਾਂ ਬਹੁ ਵਿਕਲਪੀ ਪ੍ਰਸ਼ਨਾਂ ਨਾਲ ਕੀਤੇ ਹੋਏ ਕੰਮ ਦੀ ਦੁਹਰਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਿਥਵੀ ਤੇ ਭਾਰਤ ਕਿਹੜੇ ਅਰਧ ਗੋਲੇ ਵਿੱਚ ਸਥਿਤ ਹੈ? ਬੱਚਿਓ, ਪ੍ਰਸ਼ਨ ਹੈ, ਪ੍ਰਿਥਵੀ ਤੇ ਭਾਰਤ ਕਿਹੜੇ ਅਰਧ ਗੋਲੇ ਵਿੱਚ ਸਥਿਤ ਹੈ? पहली ऑप्शन उत्तरी अर्धगोला, दूसरी ऑप्शन दक्षिणी अर्धगोला। बच्चों, सही उत्तर है उत्तरी अर्धगोला। शाबाश, जिन्हां दा उत्तर सही है उन्हां नूं शाबाश। दूसरा प्रश्न, ਭਾਰਤ ਦੇ ਪ੍ਰਾਇਦੀਪੀ ਪਠਾਰ ਦੇ ਪੂਰਬ ਵਾਲੇ ਪਾਸੇ ਕਿਹੜੀ ਖਾੜੀ ਜਾਂ ਸਾਗਰ ਸਥਿਤ ਹੈ, ਦੱਸੋ। ਬੱਚੋ, ਨਕਸ਼ੇ ਨੂੰ ਆਪਣੇ ਦਿਮਾਗ ਵਿੱਚ ਲਿਆਓ ਅਤੇ ਦੇਖੋ, ਸੋਚੋ, ਪ੍ਰਾਇਦੀਪੀ ਪਠਾਰ ਦੇ ਪੂਰਬ ਵਾਲੇ ਪਾਸੇ ਕਿਹੜੀ ਖਾੜੀ ਜਾਂ ਸਾਗਰ ਸਥਿਤ ਹੈ। ਪ੍ਰਾਇਦੀਪੀ ਪਠਾਰ ਦੇ ਪੂਰਬ ਵਾਲੇ ਪਾਸੇ, ਬਿਲਕੁਲ ਠੀਕ, ਬੰਗਾਲ ਦੀ ਖਾੜੀ। ਸ਼ਾਬਾਸ਼ ਬੱਚੇ, ਚੰਗੀ ਗੱਲ ਹੈ, ਤੁਸੀਂ ਮਿਹਨਤ ਕਰ ਰਹੇ ਹੋ। ਇਸ ਨੂੰ ਸਾਰਾ ਸਾਲ ਆਪਾਂ ਮਿਹਨਤ ਨੂੰ ਜਾਰੀ ਰੱਖਣਾ ਹੈ। ਭਾਰਤ ਦੇ ਉੱਤਰੀ ਸਿਰੇ ਕਸ਼ਮੀਰ ਤੋਂ ਧੁਰ ਦੱਖਣ ਵਿੱਚ ਸਥਿਤ ਕੰਨਿਆ ਕੁਮਾਰੀ ਤੱਕ ਕਿੰਨੀ ਲੰਬਾਈ ਹੈ? ਉੱਤਰੀ ਸਿਰੇ ਕਸ਼ਮੀਰ ਤੋਂ ਧੁਰ ਦੱਖਣ ਵਿੱਚ ਸਥਿਤ ਕੰਨਿਆ ਕੁਮਾਰੀ ਤੱਕ ਕਿੰਨੀ ਲੰਬਾਈ ਹੈ ਭਾਰਤ ਦੇਸ਼ ਦੀ? ਪਹਿਲੀ ਆਪਸ਼ਨ
2933 किलोमीटर। दूसरी ऑप्शन 3214 किलोमीटर। हाँ जी बच्चों, कितनी है? 3214 किलोमीटर। बिल्कुल ठीक है बच्चों। कश्मीर तो लैके कन्याकुमारी तक भारत की लंबाई 3214 किलोमीटर है। आज़ादी तो पहला भारत किन्नियां देसी रियासतां विच वंडिया होया सी? प्रश्न, आज़ादी तो पहला भारत किन्नियां देसी रियासतां विच वंडिया होया सी? पहली ऑप्शन है 560 रियासतां। दूसरी ऑप्शन है 562 रियासतां। हाँ जी बच्चों, तुसी पहले पढ़िया है, जवाब देवो। हाँ जी ठीक है बच्चों, 562 रियासतां विच भारत वंडिया होया सी। अज दा पंजाब भाषा दे आधार ते कदों होंद विच आया? ऑप्शन है बच्चों 1 नवंबर 1966 ਨੂੰ या 11 नवंबर 1966 ਨੂੰ। हाँ जी बच्चों, भाषा के आधार ते पंजाब कदों होंद विच आया? 1 नवंबर 1966 ਨੂੰ। ठीक है जी। अगला प्रश्न देखते हैं। अज दे मौजूदा समय विच भारत दे कुल किन्ने राज अते केंद्र शासित प्रदेश हन? पहली ऑप्शन 29 राज 7 केंद्रीय प्रबंध अधीन हन। दूसरे 28 राज 8 केंद्रीय प्रबंध अधीन इलाके हैं। हाँ जी बच्चों ठीक है जी। इस समय 28 राज अते 8 केंद्र शासित प्रदेश हन या केंद्रीय प्रबंध अधीन खेतर हन। 29 राज अते 7 केंद्रीय प्रबंध पहला हुंदे सन। जम्मू कश्मीर ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਅਤੇ ਦਾਦਰਾ ਨਗਰ ਹਵੇਲੀ, ਦਮਨ ਅਤੇ ਦਿਊ ਨੂੰ ਇੱਕ ਕੇਂਦਰੀ ਪ੍ਰਬੰਧ ਅਧੀਨ ਕਰਨ ਤੋਂ ਬਾਅਦ ਹੁਣ ਭਾਰਤ ਵਿੱਚ 28 ਰਾਜ ਅਤੇ 8 ਕੇਂਦਰੀ ਪ੍ਰਬੰਧ ਅਧੀਨ ਖੇਤਰ ਹਨ। ਖੇਤਰਫਲ ਪੱਖੋਂ ਭਾਰਤ ਦਾ ਸਭ ਤੋਂ ਵੱਡਾ ਰਾਜ ਕਿਹੜਾ ਹੈ? हाँ जी, पहली ऑप्शन राजस्थान, दूसरी उत्तर प्रदेश। बच्चों खेत्रफल पक्षों ध्यान रखना। हाँ जी, खेत्रफल पक्ष तो वड्डा राज राजस्थान है। सही जवाब तुहाडा बच्चों। हाँ जी, अगला प्रश्न, भारत इंग्लैंड तो किन्ने गुणा वड्डा है? 12 गुणा। दूसरी ऑप्शन 8 गुणा। भारत इंग्लैंड तो, हाँ जी बच्चों शाबाश, 12 गुणा वड्डा है। याद रखना है चंगी तरह। अगले प्रश्न ते चलते हाँ। खेत्रफल पक्षों भारत दा सब तो छोटा राज किहड़ा है? पहली ऑप्शन गोवा। दूसरी ऑप्शन सिक्किम। बेटा खेत्रफल पक्षों भारत दा सब तो छोटा राज
ਹਾਂਜੀ, ਖੇਤਰਫਲ ਪੱਖ ਤੋਂ ਸਭ ਤੋਂ ਛੋਟੇ ਰਾਜ ਦਾ ਨਾਮ ਗੋਆ ਹੈ, ਜੋ ਅਰਬ ਸਾਗਰ ਦੇ ਕਿਨਾਰੇ ਤੇ ਸਥਿਤ ਹੈ। ਭਾਰਤ ਨੂੰ ਕਿਹੜਾ ਵਿਥਕਾਰ ਮੱਧ ਵਿੱਚੋਂ ਦੋ ਭਾਗਾਂ ਵਿੱਚ ਵੰਡਦਾ ਹੈ? ਬੱਚੋ ਪ੍ਰਸ਼ਨ ਧਿਆਨ ਨਾਲ ਸੁਣਨਾ। ਭਾਰਤ ਨੂੰ ਕਿਹੜਾ ਵਿਥਕਾਰ ਮੱਧ ਵਿੱਚੋਂ ਦੋ ਭਾਗਾਂ ਵਿੱਚ ਵੰਡਦਾ ਹੈ? पहली ऑप्शन है कर्क रेखा, दूसरी ऑप्शन है मकर रेखा। हाँ जी विद्यार्थियों, विथकार जिवें असी पहले पढ़ के आए हाँ, भूमध रेखा दे समान अंतर लगियां काल्पनिक रेखावां नूं असी विथकार आखते हाँ। आपां हुण दसना है भारत दे मध्य विचों किहड़ा विथकार गुजरदा है। हाँ जी, कर्क रेखा। कर्क रेखा भारत दे मध्य विचों गुजरदी है। बच्चों, ये रेखा गुजरात, मध्य प्रदेश, छत्तीसगढ़, झारखंड, पश्चिमी बंगाल, त्रिपुरा ਅਤੇ ਮਿਜ਼ੋਰਮ ਦੇ ਵਿੱਚੋਂ ਗੁਜ਼ਰਦੀ ਹੈ ਤੇ ਭਾਰਤ ਨੂੰ ਲਗਭਗ ਬਰਾਬਰ ਦੋ ਭਾਗਾਂ ਦੇ ਵਿੱਚ ਵੰਡਦੀ ਹੈ। ਜੇਕਰ ਮਕਰ ਰੇਖਾ ਦੀ ਗੱਲ ਕਰਦੇ ਹਾਂ, ਮਕਰ ਰੇਖਾ ਦੱਖਣੀ ਅਰਧ ਗੋਲੇ ਦੇ ਵਿੱਚ 23.5 ਡਿਗਰੀ ਦੱਖਣੀ ਵਿਥਕਾਰ ਦਾ ਨਾਮ ਹੈ ਤੇ ਕਰਕ ਰੇਖਾ ਉੱਤਰੀ ਅਰਧ ਗੋਲੇ ਵਿੱਚ 23.5 ਡਿਗਰੀ ਤੇ ਭਾਰਤ ਦੇ ਵਿਚਕਾਰੋਂ ਦੀ ਗੁਜ਼ਰਦੀ ਹੈ। ਅਗਲਾ ਪ੍ਰਸ਼ਨ, ਭਾਰਤ ਦਾ ਕੁੱਲ ਖੇਤਰਫਲ ਸਾਰੇ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਹੈ? बच्चों प्रश्न ध्यान नाल समझो। भारत दा कुल खेत्रफल सारे संसार दा किन्ने प्रतिशत है? पहली ऑप्शन है 2.4%, दूसरी ऑप्शन है 2.2%। हाँ जी बच्चों, ਅਸੀਂ ਪੜ੍ਹਿਆ ਹੈ ਕਿ ਭਾਰਤ ਦੁਨੀਆ ਦਾ 7ਵਾਂ ਵੱਡਾ ਦੇਸ਼ ਹੈ ਅਤੇ ਇਸ ਨੇ ਕੁੱਲ ਸੰਸਾਰ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ? ਹਾਂਜੀ, 2.2% ਭਾਗ ਘੇਰਿਆ ਹੋਇਆ ਹੈ। ਤੁਸੀਂ ਵਿਦਿਆਰਥੀਓ ਇਸ ਨੂੰ याद रखना है। ਇਹ ਤੁਹਾਡੀ ਪਾਠ ਪੁਸਤਕ ਦੇ ਛੋਟੇ ਪ੍ਰਸ਼ਨ ਹਨ ਜੋ ਤੁਹਾਡੇ ਵਾਸਤੇ, ਤੁਹਾਡੀ ਸਹੂਲਤ ਵਾਸਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤੇ ਗਏ ਹਨ। ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਆਪਣੀ ਕਾਪੀ ਵਿੱਚ ਵੀ ਕਰਨਾ ਹੈ ਅਤੇ ਪ੍ਰੀਖਿਆ ਦੀ ਤਿਆਰੀ ਵਾਸਤੇ ਇਹਨਾਂ ਨੂੰ ਯਾਦ ਵੀ ਕਰਨਾ ਹੈ। ਇਹ ਸਾਰੇ ਪ੍ਰਸ਼ਨ ਤੁਹਾਡੀ ਤਿਆਰੀ ਵਿੱਚ ਤੁਹਾਡੀ ਮਦਦ ਕਰਨਗੇ। ਧੰਨਵਾਦ ਬੱਚਿਓ।